पंजाब ਦੇ ਵਿੱਚ ਡੂੰਘਾ ਹੋ ਸਕਦਾ ਬਿਜਲੀ ਸੰਕਟ। ਵਣਾਵਾਲੀ ਥਰਮਲ ਪਲਾਂਟ ਦਾ ਦੂਜਾ ਯੂਨਿਟ ਹੋਇਆ ਬੰਦ। 660 ਮੈਗਾਵਾਟ ਬਿਜਲੀ ਪੈਦਾ ਕਰਦਾ ਵਣਾਵਾਲੀ ਥਰਮਲ ਪਲਾਂਟ। ਬਿਜਲੀ ਸੰਕਟ ਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਨਵਾਂ ਫਾਰਮੂਲਾ। ਕਿਹਾ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇ। ਘਰੇਲੂ ਖਪਤਕਾਰਾਂ ਨੂੰ 3 ਰੁਪਏ ਤੇ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇ। ਕਾਂਗਰਸ ਹਾਈ ਕਮਾਨ ਦੇ 18 ਸੂਤਰੀ ਏਜੰਡੇ ਦਾ ਵੀ ਕੀਤਾ ਜ਼ਿਕਰ। ਬਿਜਲੀ ਸਮਝੌਤਿਆਂ ਨੂੰ ਕਾਊਂਟਰ ਕਰਨ ਦੀ ਤਿਆਰੀ 'ਚ ਪੰਜਾਬ ਸਰਕਾਰ। ਸੀਐਮ ਕੈਪਟਨ ਬੋਲੇ ਰਿਵਿਊ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਰਣਨੀਤੀ ਦਾ ਕਰਾਂਗੇ ਐਲਾਨ। ਗੋਲੀਆਂ ਦੀ ਗੂੰਜ ਦੇ ਨਾਲ ਦਹਿਲ ਉੱਠਿਆ ਬਟਾਲਾ ਦਾ ਪਿੰਡ ਬੱਲਰਵਾਲ। ਆਪਸੀ ਤਕਰਾਰ ਦੌਰਾਨ ਹੋਈ ਫਾਇਰਿੰਗ, 4 ਲੋਕਾਂ ਦੀ ਮੌਤ, 2 ਗੰਭੀਰ ਜ਼ਖਮੀ। ਸਿਆਸੀ ਆਗੂਆਂ ਦੇ ਖਿਲਾਫ ਨਿਤਰਾ ਸੰਗਰੂਰ ਦਾ ਪਿੰਡ ਭੁੱਲਰਹੇੜੀ। ਸਿਆਸੀ ਆਗੂਆਂ ਦੇ ਖਿਲਾਫ ਪਾਏ ਮਤੇ। ਕਿਹਾ ਜਦੋਂ ਤੱਕ ਖੇਤੀ ਕਾਨੂੰਨਾਂ ਦਾ ਨਹੀਂ ਹੁੰਦਾ ਫੈਸਲਾ, ਸਿਆਸੀ ਆਗੂਆਂ ਦੀ ਪਿੰਡ ਦੇ ਵਿੱਚ ਨਹੀਂ ਹੋਵੇਗੀ ਐਂਟਰੀ। ਨਵਾਂ ਸ਼ਹਿਰ ਦੇ ਵਿੱਚ ਆਰਐਮਪੀ ਡਾਕਟਰਾਂ ਦਾ ਹੱਲਾ ਬੋਲ। ਵਿਧਾਇਕ ਅੰਗਦ ਸੈਣੀ ਦੀ ਕੋਠੀ ਦਾ ਘਿਰਾਓ। 1965 ਤੋਂ ਬੰਦ ਪਈ ਰਜਿਸਟ੍ਰੇਸ਼ਨ ਖੋਲ੍ਹਣ ਦੀ ਮੰਗ। ਦਿੱਲੀ ਤੋਂ ਹੈਲੀਕਾਪਟਰ ਰਾਹੀਂ ਬਿਲਾਸਪੁਰ ਪਹੁੰਚੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ। ਅੱਜ ਵੱਖ-ਵੱਖ ਅਧਿਕਾਰੀਆਂ ਦੇ ਨਾਲ ਕਰਨਗੇ ਮੁਲਾਕਾਤ। ਕੱਲ ਅਟਲ ਟਨਲ ਦਾ ਕਰਨਗੇ ਦੌਰਾ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਅੱਜ ਮੁੜ ਤੋਂ ਹੋਇਆ ਵਾਧਾ। ਪੈਟਰੋਲ 35 ਪੈਸੇ ਤੇ ਡੀਜ਼ਲ 18 ਪੈਸੇ ਪ੍ਰਤੀ ਲੀਟਰ ਹੋਏ ਮਹਿੰਗੇ। ਪੂਰੇ ਪੰਜਾਬ 'ਚ ਪੈਟਰੋਲ 100 ਦੇ ਪਾਰ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਹੋਵੇਗੀ ਬਿਜਲੀ ਦੀ, ਬਿਜਲੀ ਸੰਕਟ ਦੀ। ਪੰਜਾਬ ਦੇ ਵਿੱਚ ਪਾਵਰ ਕੱਟ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਇਸ ਸਮੇਂ ਪਰਿਵਾਰ ਪਰੇਸ਼ਾਨ ਨੇ। ਦੂਜੇ ਪਾਸੇ ਦੁਕਾਨਦਾਰ ਤੇ ਇੰਡਸਟਰੀਅਲਿਸਟ ਵੀ, ਕਿਸਾਨ ਵੀ। ਤੇ ਸਭ ਦੇ ਵਿਚਾਲੇ ਇੱਕ ਖਬਰ ਇਹ ਹੈ ਕਿ ਹੋਰ ਵੀ ਡੂੰਘਾ ਪੰਜਾਬ ਦੇ ਵਿੱਚ ਬਿਜਲੀ ਦਾ ਸੰਕਟ ਹੋ ਸਕਦਾ ਹੈ। ਤਲਵੰਡੀ ਸਾਬੋ ਪਾਵਰ ਪਲਾਂਟ ਦਾ ਦੂਜਾ ਯੂਨਿਟ ਬੰਦ ਹੋ ਗਿਆ ਹੈ। ਵਣਾਵਾਲੀ ਥਰਮਲ ਪਲਾਂਟ ਦਾ ਇਹ ਦੂਜਾ ਯੂਨਿਟ ਬੰਦ ਹੋਇਆ। ਇੱਕ ਯੂਨਿਟ ਪਹਿਲਾਂ ਤੋਂ ਹੀ ਬੰਦ ਸੀ ਤੇ ਪਾਵਰ ਪਲਾਂਟ ਤੋਂ ਪੈਦਾ ਹੁੰਦੀ ਸੀ ਕਰੀਬ 600 ਮੈਗਾਵਾਟ ਬਿਜਲੀ। ਤੁਹਾਨੂੰ ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਪਾਵਰ ਪਲਾਂਟ ਦੇ ਵਿੱਚ ਵਣਾਵਾਲੀ ਜਿਹੜਾ ਪਲਾਂਟ ਹੈਗਾ ਉਸ ਦਾ ਦੂਜਾ ਯੂਨਿਟ ਬੰਦ ਹੋਇਆ। ਪੰਜਾਬ ਦੇ ਵਿੱਚ ਬਿਜਲੀ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਇਹ ਸੰਭਾਵਨਾ ਜ਼ਰੂਰ ਜਤਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਲਗਾਤਾਰ ਬਿਜਲੀ ਕੱਟ ਲੱਗ ਰਹੇ ਨੇ। ਇਸ ਪਾਵਰ ਪਲਾਂਟ ਤੋਂ 600 ਮੈਗਾਵਾਟ ਤੋਂ ਜ਼ਿਆਦਾ ਦੀ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਸ ਸਮੇਂ ਜੋ ਜਾਣਕਾਰੀ ਹੈ ਕਿ ਪੰਜਾਬ ਦੇ ਵਿੱਚ ਡਿਮਾਂਡ ਜਿਹੜੀ ਆ ਉਹ 14,000 ਦੇ ਨੇੜੇ ਹੈ। ਹਾਲਾਂਕਿ ਬੇਸ਼ੱਕ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਬਾਰਿਸ਼ ਹੋਈ ਹੈ, ਪਰ ਬਾਵਜੂਦ ਇਸ ਦੇ ਡਿਮਾਂਡ ਫਿਲਹਾਲ ਨਹੀਂ ਘਟੀ। ਜੁਲਾਈ ਅਗਸਤ ਦਾ ਮਹੀਨਾ ਹੀ ਇਸ ਤਰੀਕੇ ਦਾ ਹੁੰਦਾ ਹੈ ਕਿ ਜਦੋਂ ਬਾਰਿਸ਼ ਤੋਂ ਬਾਅਦ ਉਮਸ ਵਾਲੀ ਗਰਮੀ ਹੁੰਦੀ ਹੈ ਤਾਂ ਦਿੱਕਤ ਬਹੁਤ ਹੁੰਦੀ ਹੈ। ਤੇ ਆਮ ਤੌਰ ਤੇ ਇਹ ਵੀ ਕਿਹਾ ਜਾਂਦਾ ਕਿ ਕੂਲਰਾਂ ਦੇ ਨਾਲ ਵੀ ਲੋਕਾਂ ਨੂੰ ਰਾਹਤ ਨਹੀਂ ਮਿਲਦੀ, ਇਸ ਕਰਕੇ ਫਿਰ ਏਸੀ ਹੀ ਚਲਾਉਣੇ ਪੈਂਦੇ ਨੇ। ਤਾਂ ਪਾਵਰ ਪਲਾਂਟ ਤੋਂ ਜਿਹੜਾ ਦੂਜਾ ਯੂਨਿਟ ਬੰਦ ਹੋਇਆ ਉਹ ਤੋਂ 600 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਮਿਲਦੀ ਹੈ। ਖਾਸ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਜਦੋਂ ਜ਼ਿਕਰ ਹੋ ਰਿਹਾ ਸੀ ਜੂਨ ਦੇ ਆਖਿਰ ਦੇ ਵਿੱਚ ਜਾ ਕੇ ਜਦੋਂ ਪਾਵਰ ਕੱਟ ਲੱਗੇ ਨੇ, ਉਸ ਤੋਂ ਬਾਅਦ ਇੱਕ ਬਿਆਨ ਵੀ ਸਾਹਮਣੇ ਆਇਆ ਸੀ ਕਿ ਤਲਵੰਡੀ ਸਾਬੋ ਦਾ ਜਿਹੜਾ ਪਾਵਰ ਪਲਾਂਟ ਦਾ ਇੱਕ ਯੂਨਿਟ ਆ ਉਹ ਖਰਾਬ ਹੋਣ ਦੀ ਵਜ੍ਹਾ ਦੇ ਨਾਲ ਜ਼ਿਆਦਾ ਦਿੱਕਤ ਆਈ ਹੈ ਤੇ ਇਸ ਕਰਕੇ ਬਿਜਲੀ ਕੱਟ ਪੰਜਾਬ ਦੇ ਵਿੱਚ ਲੱਗੇ ਨੇ। ਖੈਰ ਇੱਕ ਯੂਨਿਟ ਬੰਦ ਸੀ, ਹੁਣ ਦੂਜਾ ਯੂਨਿਟ ਬੰਦ ਹੋਇਆ ਤੇ ਇਸ ਵਿਚਾਲੇ ਜੇ ਜਲਦੀ ਠੀਕ ਨਹੀਂ ਹੁੰਦੇ ਦੋਵੇਂ ਯੂਨਿਟ ਤਾਂ ਫਿਰ ਦਿੱਕਤਾਂ ਪੰਜਾਬ ਵਾਸੀਆਂ ਨੂੰ ਆ ਸਕਦੀਆਂ ਨੇ। ਖਾਸ ਤੌਰ ਤੇ ਜਿਹੜੇ ਘਰੇਲੂ ਖਪਤਕਾਰ ਤੇ ਕਿਸਾਨ ਨੇ ਉਹਨਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੀਕ ਟਾਈਮ ਚੱਲ ਰਿਹਾ ਹੈ ਤੇ ਦਿਨ ਦੇ ਵਿੱਚ ਪੀਕ ਟਾਈਮ ਦਾ ਅਸੀਂ ਜ਼ਿਕਰ ਕਰੀਏ ਤਾਂ ਸ਼ਾਮ ਨੂੰ ਹੁੰਦਾ ਹੈ। ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਜਿਹੜਾ 12 ਘੰਟੇ ਦਾ ਸਭ ਤੋਂ ਜ਼ਿਆਦਾ ਪੀਕ ਟਾਈਮ ਕਿਹਾ ਜਾਂਦਾ ਹੈ। ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਬਲਦੇਵ ਸ਼ਰਮਾ ਸਾਡੇ ਨਾਲ ਨੇ। ਬਲਦੇਵ, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਥਰਮਲ ਪਲਾਂਟ ਨੂੰ ਲੈ ਕੇ? ਜੀ ਗੌਰਵ, ਦੱਸਣਾ ਚਾਹਾਂਗਾ ਕਿ ਪੰਜਾਬ ਪਹਿਲਾਂ ਹੀ ਬਿਜਲੀ ਕੱਟ ਦਾ ਸੰਕਟ ਭੋਗ ਰਿਹਾ ਹੈ ਤੇ ਹੁਣ ਮਾਨਸਾ ਜ਼ਿਲ੍ਹੇ ਦਾ ਤਲਵੰਡੀ ਸਾਬੋ ਪਾਵਰ ਪਲਾਂਟ ਹੈ ਜਿਹੜਾ ਉਹਦਾ ਦੂਜਾ ਯੂਨਿਟ ਵੀ ਬੰਦ ਹੋ ਚੁੱਕਿਆ ਹੈ। ਇਹ ਯੂਨਿਟ 660 ਮੈਗਾਵਾਟ ਬਿਜਲੀ ਪੈਦਾ ਕਰਦਾ ਸੀ। ਇੱਕ ਯੂਨਿਟ ਬਹੁਤ ਪੁਰਾਣਾ ਬੰਦ ਹੋਇਆ ਹੈ, ਕੁੱਲ 3 ਯੂਨਿਟ ਨੇ, ਜਿਸ ਕਰਕੇ ਇਹਦੇ ਚੇਅਰਮੈਨ ਨੇ ਵੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ 'ਚ ਬਿਜਲੀ ਦਾ ਸੰਕਟ ਹੋਰ ਗਹਿਰਾ ਹੋਊਗਾ, ਕਿਉਂਕਿ ਜਿਹੜਾ ਇਹ ਯੂਨਿਟ ਹੈ ਬਹੁਤ ਵੱਡੀ ਬਿਜਲੀ ਹੈ ਜਿਹੜੀ ਪੰਜਾਬ ਵਾਸਤੇ ਪੈਦਾ ਕਰਦਾ ਸੀ। ਜਿੱਥੋਂ ਤੱਕ ਥਰਮਲ ਪਾਵਰ ਪਲਾਂਟ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਹ ਯੂਨਿਟ ਹੈ ਜਿਹ 'ਚ ਹੋ ਸਕਦਾ ਅੱਜ ਨਾ ਚੱਲੇ, ਕੱਲ ਵੀ ਟਰਾਈ ਕਰਨਗੇ, ਕਿਉਂਕਿ ਇਹਦੀਆਂ ਜਿਹੜੀਆਂ ਹੀਟ ਨਾਲ ਪਾਈਪਾਂ ਨੇ ਉਹ ਫਟ ਜਾਂਦੀਆਂ। ਜਿੰਨਾ ਤੱਕ ਇਹ ਰਿਪੇਅਰ ਨਹੀਂ ਹੋਊਗੀ ਉਹਨਾਂ ਚਿਰ ਇਹ ਜਿਹੜਾ ਪਾਵਰ ਪਲਾਂਟ ਹੈ ਬੰਦ ਰਹੂਗਾ। ਇਸ ਕਰਕੇ ਪੰਜਾਬ 'ਚ ਬਿਜਲੀ ਸੰਕਟ ਹੈ ਜਿਹੜਾ ਹੋਰ ਗਹਿਰਾਉਣ ਦੀ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਹੈ। ਗੌਰਵ, ਠੀਕ ਹੈ ਬਲਦੇਵ, ਇਹ ਦੱਸੋ ਤੁਸੀਂ ਕਿ ਤਲਵੰਡੀ ਸਾਬੋ ਦਾ ਜਿਹੜਾ ਇਹ ਥਰਮਲ ਪਲਾਂਟ ਹੈ
ਕਿਉਂਕਿ ਥਰਮਲ ਪਲਾਂਟ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਪਿਛਲੇ ਦਿਨਾਂ 'ਚ ਹੋਈਆਂ ਨੇ। ਪ੍ਰਾਈਵੇਟ ਥਰਮਲ ਪਲਾਂਟਾਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਕਿੰਨੀਆਂ ਯੂਨਿਟ ਨੇ ਇੱਥੇ ਟੋਟਲ, ਤੇ ਕਿੰਨਾ ਟੋਟਲ ਪ੍ਰੋਡਕਸ਼ਨ ਹੁੰਦਾ ਹੈ, ਤੇ ਕਿੰਨਾ ਉਹਦੇ ਵਿੱਚੋਂ ਬੰਦ ਹੋ ਚੁੱਕਿਆ ਹੈ? ਗੌਰਵ, ਦੱਸਣਾ ਚਾਹਾਂਗਾ ਕਿ 3 ਯੂਨਿਟ ਇੱਥੇ ਲੱਗੇ ਹੋਏ ਹੈ। 660 ਮੈਗਾਵਾਟ ਦਾ ਇੱਕ ਯੂਨਿਟ ਹੈ। ਕੁੱਲ 1980 ਮੈਗਾਵਾਟ ਦਾ ਇਹ ਪਲਾਂਟ ਹੈ। ਅਕਾਲੀ ਭਾਜਪਾ ਸਰਕਾਰ ਸਮੇਂ ਇਸ ਦਾ ਜਿਹੜਾ CNU ਸੀਗਾ ਉਹ ਸਾਈਨ ਹੋਇਆ ਸੀ, ਇਹਦੇ ਨਾਲ ਕਰਾਰ ਕੀਤਾ ਹੋਇਆ ਸੀ, ਤੇ ਹੁਣ 2 ਯੂਨਿਟ ਇਹਦੇ ਜਿਹੜੇ ਬੰਦ ਨੇ ਤੇ 1 ਯੂਨਿਟ ਸਿਰਫ ਚੱਲ ਰਿਹਾ ਹੈਗਾ ਜੀ। ਤੇ ਇਸ ਬਾਰੇ ਕਲੀਅਰ ਹੋ ਸਕਿਆ ਕਿ ਯੂਨਿਟ ਬੰਦ ਕਿਉਂ ਹੋਇਆ? ਕੀ ਗੜਬੜੀ ਆ ਗਈ ਕਿ ਯੂਨਿਟ ਨੂੰ ਬੰਦ ਕਰਨਾ ਪੈ ਗਿਆ? ਤੇ ਜਿਹੜਾ ਪਹਿਲਾ ਯੂਨਿਟ ਬੰਦ ਹੈ, ਕਿ ਉਸ ਨੂੰ ਰਿਪੇਅਰ ਦਾ ਕੰਮ ਨਹੀਂ ਚੱਲ ਰਿਹਾ ਜਾਂ ਉਸ ਨੂੰ ਬਿਲਕੁਲ ਦੇਖਿਆ ਵੀ ਨਹੀਂ ਜਾ ਰਿਹਾ? ਯੂਨਿਟ ਦਾ ਸਵਾਲ ਹੈ। ਇਹ ਯੂਨਿਟ ਬਹੁਤ ਗਰਮੀ ਦੇ ਕਾਰਨ ਇਹਦੀਆਂ ਪਾਈਪਾਂ ਨੇ ਜਿਹੜੀਆਂ ਉਹ ਫਟ ਜਾਂਦੀਆਂ ਨੇ, ਇਸ ਕਰਕੇ ਉਹ ਪਾਈਪਾਂ ਦੁਬਾਰਾ ਵੈਲਡਿੰਗ ਹੋਣਗੀਆਂ ਤੇ ਰਿਪੇਅਰ ਉਸ ਤੋਂ ਬਾਅਦ ਚੱਲੂਗਾ। ਜਿਹੜਾ ਯੂਨਿਟ ਦੀ ਪਿਛਲੇ ਦੀ ਗੱਲ ਕਰਦੇ ਹੋ ਉਸ ਨੂੰ ਤਾਂ ਜੀ ਠੀਕ ਹੈ ਬਲਦੇਵ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਲਈ। ਵੱਡੀ ਜਾਣਕਾਰੀ ਇਸ ਸਮੇਂ ਜੋ ਸਾਡੇ ਸਹਿਯੋਗੀ ਦੇ ਰਹੇ ਸੀ ਕਿ ਕਰੀਬ 2000 ਮੈਗਾਵਾਟ ਤਲਵੰਡੀ ਸਾਬੋ ਯੂਨਿਟ ਤੋਂ ਬਿਜਲੀ ਮਿਲਦੀ ਹੈ ਪੰਜਾਬ ਦੇ ਲੋਕਾਂ ਨੂੰ। ਇਹ 3 ਥਰਮਲ ਪਾਵਰ ਪਲਾਂਟ ਨੇ ਜਿਹੜੇ ਇਹਨਾਂ ਦੇ ਨਾਲ ਸਮਝੌਤੇ ਹੋਏ ਸੀ, ਬਿਜਲੀ ਸਮਝੌਤੇ, ਜਿਸ ਨੂੰ PPA ਕਿਹਾ ਜਾਂਦਾ ਹੈ, ਪਾਵਰ ਪਰਚੇਜ਼ ਐਗਰੀਮੈਂਟ। ਤੇ 3 ਪਾਵਰ ਪਲਾਂਟਾਂ ਦੇ ਨਾਲ ਹੋਏ ਸੀ, ਇੱਕ ਗੋਇੰਦਵਾਲ ਸਾਹਿਬ ਦਾ, ਇੱਕ ਰਾਜਪੁਰਾ ਦਾ ਥਰਮਲ, ਤੇ ਤੀਜਾ ਹੈਗਾ ਤਲਵੰਡੀ ਸਾਬੋ ਦਾ। ਵੱਡੀ ਅਮਾਉਂਟ ਪੰਜਾਬ ਦੀ ਜਾਂਦੀ ਹੈ। ਪੰਜਾਬ ਦੇ ਲੋਕਾਂ ਦਾ ਟੈਕਸ ਦਾ ਪੈਸਾ ਜੋ ਹੈਗਾ ਉਹ ਇਹਨਾਂ ਪਾਵਰ ਪਲਾਂਟਾਂ ਨੂੰ ਜਾਂਦਾ ਹੈ। ਜੇ ਗਰਮੀ ਦੇ ਸੀਜ਼ਨ ਦੇ ਵਿੱਚ ਨਾ ਚੱਲੇ ਤਾਂ ਫਿਰ ਇਹ ਚਿੱਟੇ ਹਾਥੀ ਨਹੀਂ ਤਾਂ ਹੋਰ ਕੀ ਹੈ। ਤਾਂ 3 ਥਰਮਲ ਪਾਵਰ ਪਲਾਂਟ ਨੇ, ਉਹਨਾਂ ਦੇ ਵਿੱਚੋਂ ਇੱਕ ਤਲਵੰਡੀ ਸਾਬੋ ਦੀ ਕੀ ਹਾਲਤ ਆ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ। ਖਾਸ ਇਹ ਵੀ ਹੈ ਕਿ ਇਹ ਜਿਹੜਾ ਥਰਮਲ ਪਾਵਰ ਪਲਾਂਟ ਹੈ, ਇਸ ਦੀਆਂ 3 ਯੂਨਿਟ ਨੇ। 660 ਯੂਨਿਟ, 660 ਮੈਗਾਵਾਟ ਇੱਕ ਯੂਨਿਟ ਤੋਂ ਪ੍ਰੋਡਕਸ਼ਨ ਹੁੰਦੀ ਹੈ ਬਿਜਲੀ ਦੀ। ਇਹਨਾਂ ਦੇ ਵਿੱਚੋਂ 2 ਬੰਦ ਹੋ ਗਈਆਂ, ਯਾਨੀ ਕਿ ਕਰੀਬ 65 ਤੋਂ 70% ਤਾਂ ਇਹ ਕੰਮ ਨਹੀਂ ਕਰ ਰਿਹਾ। ਕਿ ਹੁਣ ਵੀ ਇਹਨਾਂ ਦੇ ਉੱਤੇ ਕੋਈ ਫਾਈਨ ਨਹੀਂ ਲਗਾਇਆ ਜਾ ਸਕਦਾ, ਕਿ ਹੁਣ ਵੀ ਇਹਨਾਂ ਨੂੰ ਸਵਾਲ ਨਹੀਂ ਪੁੱਛਿਆ ਜਾ ਸਕਦਾ ਕਿ ਤੁਹਾਡੇ ਜਿਹੜੀ ਫਿਕਸ ਚਾਰजेस ਆ ਕਿਉਂ ਨਾ ਬੰਦ ਕਰ ਦਿੱਤੇ ਜਾਣ, ਕਿ ਹੁਣ ਵੀ ਇਹਨਾਂ ਥਰਮਲ ਪਲਾਂਟਾਂ ਨੂੰ ਸਾਨੂੰ ਪੂਰਾ ਪੈਸਾ ਦੇਣਾ ਹੋਏਗਾ। ਸਵਾਲ ਵੱਡਾ ਹੈ, ਪਰ ਇਸ ਸਭ ਦੇ ਵਿਚਾਲੇ ਚਿੰਤਾ ਦੀ ਗੱਲ ਇਹ ਹੈ ਕਿ ਦਿੱਕਤ ਲੋਕਾਂ ਨੂੰ ਆ ਸਕਦੀ ਹੈ। ਪੰਜਾਬ ਦੇ ਲੋਕਾਂ ਦੇ ਲਈ ਇਹ ਥਰਮਲ ਦਾ ਯੂਨਿਟ ਬੰਦ ਹੋਣ ਦਾ ਮਤਲਬ ਹੈ ਕਿ ਹੋਰ ਲੰਬੇ ਪਾਵਰ ਕੱਟ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਬਿਜਲੀ ਸਮਝੌਤਿਆਂ ਦੀ। ਬਿਜਲੀ ਸਮਝੌਤਿਆਂ ਨੂੰ ਲੈ ਕੇ ਇਸ ਸਮੇਂ ਖੂਬ ਚਰਚਾ ਹੋ ਰਹੀ ਹੈ। ਬਿਜਲੀ ਤੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਬੋਲੇ ਨੇ, ਟਵੀਟ ਕੀਤਾ ਸਿੱਧੂ ਨੇ, ਤੇ ਇੱਕ ਨਵਾਂ ਫਾਰਮੂਲਾ ਵੀ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਨੇ ਜ਼ਿਕਰ ਕੀਤਾ ਕਿ 300 ਯੂਨਿਟ ਮੁਫਤ ਬਿਜਲੀ ਪੰਜਾਬ ਵਾਸੀਆਂ ਨੂੰ, ਘਰੇਲੂ ਖਪਤਕਾਰਾਂ ਨੂੰ ਦਿੱਤੀ ਜਾਵੇ। ਘਰੇਲੂ ਖਪਤਕਾਰਾਂ ਨੂੰ 3 ਰੁਪਏ ਯੂਨਿਟ ਮਿਲੇ ਬਿਜਲੀ ਦੀ, ਤੇ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਬਿਜਲੀ ਦੇਣ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਇਹ ਸਭ ਕੁਝ ਕਰਨਾ ਸੰਭਵ ਹੈ। ਹਾਈ ਕਮਾਂਡ ਦਾ 18 ਸੂਤਰੀ ਏਜੰਡਾ ਲਾਗੂ ਕੀਤਾ ਜਾਵੇ, ਜਿਸ ਦੇ ਵਿੱਚ ਬਿਜਲੀ ਇੱਕ ਵੱਡਾ ਮੁੱਦਾ ਹੈ। ਪਿਛਲੀ ਸਰਕਾਰ ਦੇ ਸਮਝੌਤੇ ਰੱਦ ਕੀਤੇ ਜਾਣ, ਵਿਧਾਨ ਸਭਾ ਰਾਹੀਂ ਨਵਾਂ ਕਾਨੂੰਨ ਲਿਆਂਦਾ ਜਾਵੇ ਤੇ ਨੈਸ਼ਨਲ ਪਾਵਰ ਐਕਸਚੇਂਜ ਮੁਤਾਬਕ ਰੇਟ ਤੈਅ ਹੋਵੇ। ਬਿਜਲੀ ਤੇ ਕੋਈ ਫਿਕਸ ਚਾਰਜ ਨਾ ਹੋਵੇ। ਸਿੱਧੂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪੰਜਾਬ 9000 ਕਰੋੜ ਦੀ ਸਬਸਿਡੀ ਦੇ ਚੁੱਕਾ ਹੈ, ਸਾਨੂੰ ਅਜੇ ਹੋਰ ਕਦਮ ਚੁੱਕਣ ਦੀ ਜ਼ਰੂਰਤ ਹੈ। ਵੱਡੀ ਖਬਰ ਹੈ ਇਸ ਸਮੇਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਜ਼ਿਕਰ ਕੀਤਾ ਜਾ ਰਿਹਾ ਨਵਾਂ ਫਾਰਮੂਲਾ, ਕਿਉਂਕਿ 300 ਯੂਨਿਟ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨ ਕੀਤਾ ਗਿਆ, ਅਰਵਿੰਦ ਕੇਜਰੀਵਾਲ ਦੇ ਵੱਲੋਂ, ਕਿ ਜੇ ਉਹਨਾਂ ਦੀ ਸਰਕਾਰ ਬਣਦੀ ਹੈ 2022 ਦੇ ਵਿੱਚ ਤਾਂ 300 ਯੂਨਿਟ ਪ੍ਰਤੀ ਮਹੀਨੇ ਹਰ ਘਰੇਲੂ ਖਪਤਕਾਰ ਨੂੰ ਦਿੱਤੇ ਜਾਣਗੇ। ਕੋਈ ਛੋਟਾ ਹੈ ਕੋਈ ਵੱਡਾ ਹੈ, ਯਾਨੀ ਕਿ 2 ਮਹੀਨਿਆਂ ਦਾ 600 ਯੂਨਿਟ। ਤੇ ਨਾਲ ਹੀ ਹੁਣ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ 300 ਯੂਨਿਟ ਤਾਂ ਪਹਿਲਾਂ ਮੁਫਤ ਦੇਵੋ, ਤੇ ਉਸ ਤੋਂ ਬਾਅਦ ਜਿਹੜਾ ਰੇਟ ਹੈ ਉਸ ਨੂੰ ਲੈ ਕੇ ਵੀ ਸੋਧ ਕਰਨ ਦੀ ਜ਼ਰੂਰਤ ਹੈ। 3 ਰੁਪਏ ਘਰੇਲੂ ਖਪਤਕਾਰਾਂ ਨੂੰ ਤੇ ਇੰਡਸਟਰੀ ਨੂੰ 5 ਰੁਪਏ ਯੂਨਿਟ ਦਿੱਤਾ ਜਾਵੇ। ਤਾਂ ਬਿਜਲੀ ਸਮਝੌਤਿਆਂ ਨੂੰ ਲੈ ਕੇ ਇਸ ਸਮੇਂ ਜ਼ਰੂਰ ਪੰਜਾਬ ਦੇ ਵਿੱਚ ਸਿਆਸਤ ਭਖੀ ਹੋਈ ਹੈ, ਪਰ ਬਿਜਲੀ ਸਮਝੌਤੇ ਕੀ ਰੱਦ ਹੋਣਗੇ? ਬਿਜਲੀ ਸਮਝੌਤਿਆਂ ਦੇ ਉੱਤੇ ਐਕਸ਼ਨ ਦੀ ਤਿਆਰੀ ਦੇ ਵਿੱਚ ਕੈਪਟਨ ਸਰਕਾਰ ਤਾਂ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਬਿਜਲੀ ਸਮਝੌਤਿਆਂ ਨੂੰ ਲੈ ਕੇ, ਤੇ ਉਹਨਾਂ ਨੇ ਕਿਹਾ ਕਿ ਬਿਜਲੀ ਸਮਝੌਤਿਆਂ ਦੀ ਅਸੀਂ ਪੜਚੋਲ ਕਰ ਰਹੇ ਹਾਂ
ਤੇ ਬਾਦਲਾਂ ਦੇ ਦੌਰ ਦੇ ਪੀਪੀਏ ਦੀ ਸਮੀਖਿਆ ਕੀਤੀ ਜਾ ਰਹੀ ਹੈ। ਪੀਪੀਏ ਨੂੰ ਕਾਊਂਟਰ ਕਰਨ ਦੇ ਲਈ ਜਲਦ ਕਾਨੂੰਨੀ ਰਣਨੀਤੀ ਘੜਾਂਗੇ, ਐਲਾਨ ਕੀਤਾ ਜਾਏਗਾ ਉਸ ਦਾ। ਬਾਦਲ ਦੌਰ ਦੇ ਬਿਜਲੀ ਸਮਝੌਤੇ ਸੂਬੇ ਤੇ ਵਾਧੂ ਵਿੱਤੀ ਬੋਝ ਪਾ ਰਹੇ ਨੇ, ਇਹ ਵੀ ਬਿਆਨ ਦੇ ਵਿੱਚ ਜ਼ਿਕਰ ਕੀਤਾ ਗਿਆ। ਬਾਦਲ ਸਰਕਾਰ ਦੇ ਵੱਲੋਂ ਕੀਤੇ ਬਿਜਲੀ ਸਮਝੌਤਿਆਂ ਨੂੰ ਉਹਨਾਂ ਨੇ ਤਰਕਹੀਣ ਵੀ ਦੱਸਿਆ ਕਿ 139 ਇਕਰਾਰਨਾਮਿਆਂ ਦੇ ਵਿੱਚੋਂ 17 ਹੀ ਕਾਫੀ ਸਨ, ਬਾਕੀ 122 ਇਕਰਾਰਨਾਮਿਆਂ ਤੇ ਬਿਨਾਂ ਵਜ੍ਹਾ ਸਹੀ ਪਾਈ ਗਈ, ਜਿਸ ਦੇ ਨਾਲ ਸੂਬੇ ਤੇ ਆਰਥਿਕ ਬੋਝ ਵਧਿਆ ਹੈ। ਬਿਜਲੀ ਸੰਕਟ ਤੇ ਵੀ ਸੀਐਮ ਕੈਪਟਨ ਨੇ ਸਫਾਈ ਦਿੱਤੀ ਹੈ। ਉਹਨਾਂ ਕਿਹਾ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਇੱਕ ਯੂਨਿਟ ਖਰਾਬ ਹੋਣ ਤੇ ਬਿਜਲੀ ਸੰਕਟ ਬਣਿਆ, ਪਰ ਸੂਬੇ ਦੀ ਬਿਜਲੀ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਪੀਐਸਪੀਸੀਐਲ ਨੇ 1000 ਮੈਗਾਵਾਟ ਤੋਂ ਵੱਧ ਬਿਜਲੀ ਖਰੀਦੀ ਹੈ। ਸੀਐਮ ਨੇ ਲੋਕਾਂ ਨੂੰ ਬਿਜਲੀ ਦੀ ਸੰਕੋਚ ਦੇ ਨਾਲ ਵਰਤੋਂ ਕਰਨ ਦੀ ਅਪੀਲ ਵੀ ਕੀਤੀ। ਬਠਿੰਡਾ ਥਰਮਲ ਪਲਾਂਟ ਬੰਦ ਕਰਨ ਤੇ ਸੀਐਮ ਨੇ ਕਿਹਾ ਕਿ ਉਸ ਨੂੰ ਚਲਾਉਣਾ ਜ਼ਿਆਦਾ ਖਰਚੀਲਾ ਸੀ, ਇਸ ਕਰਕੇ ਉਸ ਨੂੰ ਬੰਦ ਕੀਤਾ ਗਿਆ। ਤਾਂ ਵੱਡੀ ਖਬਰ ਇਸ ਸਮੇਂ ਹੈਗੀ ਹੈ ਕਿਉਂਕਿ ਪਾਵਰ ਪਰਚੇਜ਼ ਐਗਰੀਮੈਂਟ ਜਿਹੜੇ ਸਮਝੌਤੇ ਹੋਏ 2008, 2009, 2010 ਦੇ ਵਿੱਚ, 2007 ਤੋਂ 2010 ਦੇ ਵਿੱਚ ਹੋਏ ਨੇ। ਰਾਜਪੁਰ ਵਾਲਾ 2010 ਵਿੱਚ ਹੋਇਆ, ਤਲਵੰਡੀ ਸਾਬੋ ਵਾਲਾ 2008 ਦੇ ਵਿੱਚ ਸਮਝੌਤਾ ਹੋਇਆ ਤੇ 25 ਸਾਲ ਦੇ ਲਈ ਇਹ ਸਮਝੌਤੇ ਹੋਏ ਨੇ। 25,000 ਕਰੋੜ ਦੀ ਲਾਗਤ ਦੇ ਨਾਲ ਇਹ ਪੂਰੀ ਪ੍ਰੋਡਕਸ਼ਨ ਕੀਤੀ ਜਾ ਰਹੀ ਹੈ ਜੋ ਪਾਵਰ ਪਲਾਂਟ ਲਗਾਏ ਗਏ। ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਕਰੀਬ 2 ਲੱਖ ਕਰੋੜ ਰੁਪਏ ਇਸ ਤੋਂ ਕਮਾਈ ਦਾ ਪੂਰਾ ਪ੍ਰਾਈਵੇਟ ਕੰਪਨੀਆਂ ਨੇ ਟੀਚਾ ਮਿੱਥਿਆ ਹੈ, ਜੋ ਜਾਣਕਾਰੀ ਦਿੱਤੀ ਜਾਂਦੀ ਹੈ। ਤੇ ਇਹਨਾਂ ਦੇ ਵਿੱਚ ਜਿਹੜੇ ਕਲੌਜ਼ਸ ਨੇ, ਜਿਹੜਾ ਜ਼ਿਕਰ ਕਰ ਰਹੇ ਨੇ ਮੁੱਖ ਮੰਤਰੀ ਕਿ 139 ਬਿੰਦੂ ਰੱਖੇ ਗਏ, ਉਹਨਾਂ ਦੇ ਵਿੱਚੋਂ ਸਿਰਫ 17 ਦੀ ਲੋੜ ਸੀ, ਸਿਰਫ 17 ਦੀ। ਬਾਕੀ 122 ਦੇ ਉੱਤੇ ਕੋਈ ਸਹਿਮਤੀ ਜਾਂ ਕੋਈ ਲਿਖਣ ਦੀ ਜਾਂ ਕੋਈ ਸਹੀ ਪਾਉਣ ਦੀ ਜ਼ਰੂਰਤ ਨਹੀਂ ਸੀ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਹੈ ਬਟਾਲਾ ਤੋਂ। ਜੀ ਆ ਬਟਾਲਾ ਦੇ ਵਿੱਚ ਫਾਇਰਿੰਗ ਹੋਈ ਹੈ, ਗੋਲੀਬਾਰੀ ਹੋਈ ਹੈ ਦਿਨ ਦਿਹਾੜੇ। ਫਾਇਰਿੰਗ ਦੇ ਨਾਲ ਦਹਿਲ ਉੱਠਿਆ ਬਟਾਲਾ ਦਾ ਪਿੰਡ ਬੱਲੜਵਾਲ। ਦੋ ਧਿਰਾਂ ਦੇ ਵਿਚਾਲੇ ਜੰਮ ਕੇ ਗੋਲੀਆਂ ਚੱਲੀਆਂ ਨੇ। ਫਾਇਰਿੰਗ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ, 2 ਜ਼ਖਮੀ ਹੋਏ ਨੇ। ਜ਼ਮੀਨੀ ਵਿਵਾਦ ਕਰਕੇ ਇਹ ਕਤਲ ਕੀਤੇ ਗਏ। ਪੀੜਤ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ। ਪੁਲਿਸ ਮੁਤਾਬਕ ਪ੍ਰੇਮ ਸੰਬੰਧਾਂ ਦਾ ਇਹ ਪੂਰਾ ਕੇਸ ਹੈ। ਫਿਰ ਬਟਾਲਾ ਦਾ ਪਿੰਡ ਬੱਲੜਵਾਲ ਜੋ ਗੋਲੀਆਂ ਦੀ ਗੂੰਜ ਦੇ ਨਾਲ ਦਹਿਲ ਉੱਠਿਆ। 4 ਲੋਕਾਂ ਦੀ ਮੌਤ ਹੋਈ ਹੈ ਫਾਇਰਿੰਗ ਦੇ ਵਿੱਚ। ਫਾਇਰਿੰਗ ਦੀ ਅਸਲ ਵਜ੍ਹਾ ਕੀ ਹੈ, ਇਹ ਪੁਲਿਸ ਪੜਤਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਜੋ ਪੀੜਤ ਪਰਿਵਾਰ ਹੈ ਉਹਨਾਂ ਦਾ ਕਹਿਣਾ ਕਿ ਜ਼ਮੀਨੀ ਵਿਵਾਦ ਦੀ ਵਜ੍ਹਾ ਦੇ ਨਾਲ ਇਹ ਕਤਲ ਕੀਤੇ ਗਏ ਨੇ। ਹਾਲਾਂਕਿ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਜੋ ਪੁਲਿਸ ਵੀ ਕਹਿ ਰਹੀ ਹੈ ਕਿ ਇਸ ਪੂਰੇ ਮਾਮਲੇ ਦੇ ਪਿੱਛੇ, ਇਸ ਫਾਇਰਿੰਗ ਕਤਲਾਂ ਦੇ ਪਿੱਛੇ ਜਿਹੜੇ ਪ੍ਰੇਮ ਸੰਬੰਧਾਂ ਦਾ ਮਾਮਲਾ ਵੀ ਹੋ ਸਕਦਾ ਹੈ, ਉਸ ਦੀ ਵੀ ਪੜਚੋਲ ਕੀਤੀ ਜਾ ਰਹੀ ਹੈ। ਝਗੜਾ ਹੈ, ਕਿਸ ਗੱਲ ਨੂੰ ਲੈ ਕੇ? ਝਗੜਾ ਇਦਾਂ ਹੀ ਪੈਲੀ ਗੋਲੀ ਤੇ ਕਦੋਂ ਸਵੇਰੇ ਤੜਕੇ ਦੀ ਗੱਲ ਹੈ। ਤੇ ਕੀ ਮਸਲਾ ਹੈ ਸਾਰਾ ਫਿਰ? ਮਸਲਾ ਪਹਿਲੇ ਉਹਨੇ ਆਉਂਦਿਆਂ ਗੋਲੀ ਚਲਾਉਣੀ ਚੱਲ ਸ਼ੁਰੂ ਕਰਤੀ। ਕਿੰਨੇ 2 ਭਰਾ ਹੈ, ਕਿੰਨੇ? ਇਹ ਸੋਨੀ ਤੇ ਜੋਤੀ। ਅੱਛਾ ਕੀ ਮੇਰਾ ਨਾਮ ਮਨਜੀਤ ਕੌਰ ਹੈ, ਕਿੱਥੋਂ ਰਹਿਣ ਵਾਲੇ? ਬੱਲੜਵਾਲ ਦੇ। ਕੀ ਮਸਲਾ? ਮਸਲਾ ਪੈਲੀ ਬੰਨੇ ਦਾ ਝਗੜਾ ਸੀ ਇਹਨਾਂ ਦਾ। ਸਵੇਰੇ ਪਾਣੀ ਗਏ ਲਾਉਣ ਕੋ ਰਾਤ ਦੇ। ਕਿਹਦੇ ਨਾਲ ਝਗੜਾ? ਝਗੜਾ ਸੋਨੀ ਆ ਬੰਦਾ, ਲਬਾਣਾ ਸਿੰਘ। ਸਵੇਰੇ ਉਹਨੇ ਕੋਹ ਪੁੱਛਿਆ ਕਿਸੇ ਨੇ ਗੋਲੀਆਂ ਚਲਾਤੀਆਂ ਵਾ, ਥਾਂ ਤੇ ਮਾਰ ਦਿੱਤੇ ਆ। ਤੁਸੀਂ ਕੀ ਲੱਗਦੇ ਹੋ ਪਰਿਵਾਰ ਨੂੰ? ਮੇਰਾ ਸਹੁਰਾ, ਮੇਰਾ 2 ਦੇਰ ਮਾਰੇ, ਇੱਕ ਮੇਰਾ ਪੁੱਤ ਮਾਰਿਆ। ਇਹ ਪੁਰਾਣਾ ਬੱਲੜਵਾਲ ਕਰਕੇ ਪਿੰਡ ਆ। ਉੱਥੋਂ 2 ਬਰੌਡ ਡੈਡ ਆਏ ਆ, ਡੈਡ ਬੋਡੀਆਂ ਆਈਆਂ, ਮੋਰਚਰੀ 'ਚ ਰਖਾਤੀਆਂ ਤੇ 2 ਇੰਜਰਡ ਆਏ ਆ ਮੁੰਡੇ। ਉਹਨਾਂ ਦੇ ਗੋਲੀਆਂ ਦੇ ਜਿਹੜੇ ਕੋਈ ਸ਼ਰੇ ਵੱਜੇ ਆ ਤੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰਤਾ ਵਾ। ਉਹ 2 ਜਣੇ ਹੋਰ ਆਏ। ਮਸਲਾ ਪੈਲੀ 'ਚ ਝਗੜਾ ਆਇਆ ਭਾਈ, ਜ਼ਮੀਨ 'ਚ ਝਗੜਾ ਆਇਆ। ਕਿਹੜੀ ਗੱਲ? ਜ਼ਮੀਨ ਤੋਂ ਵੱਟ ਬੰਨੇ ਤੋਂ ਪਤਾ ਨਹੀਂ ਹੋਇਆ। ਦੂਜੇ ਪਾਸੇ ਕੌਣ? ਦੂਜੇ ਸਾਲ ਪਿੰਡੋਂ ਹੀ ਆ ਬੰਦਾ ਸੋਨੀ, ਸਾਨੂੰ ਪਤਾ ਦਦਾਰ ਸਿੰਘ, ਉਹਦਾ ਭਰਾ ਵਾ ਇੱਕ ਜੋਤੀ ਸਿੰਘ। ਕੀ ਕੀਤਾ ਉਹਨੇ? ਇੱਕ ਮੇਰਾ ਡੈਡੀ ਨੂੰ ਮਾਰਤਾ ਵਾ ਗੋਲੀ ਮਾਰ ਕੇ, 2 ਮੇਰੇ ਭਰਾ ਮਾਰੇ ਆ, ਇੱਕ ਮੇਰਾ ਖੁਦ ਮੁੰਡਾ ਮਾਰਿਆ। ਕੀ ਨਾਮ ਮਤਲਬ? ਸੁਖਵਿੰਦਰ ਸਿੰਘ ਸੋਨੀ ਬੱਲੜਵਾਲ ਦਾ ਰਹਿਣੇ ਵਾਲਾ। ਇਹਨੇ ਸਵੇਰੇ ਗੋਲੀਆਂ ਚਲਾ ਕੇ ਇੱਕੋ ਪਰਿਵਾਰ ਦੇ 6 ਬੰਦਿਆਂ ਨੂੰ ਜ਼ਖਮੀ ਕਰ ਦਿੱਤਾ ਸੀ, ਜਿਨ੍ਹਾਂ ਦੀ 2 ਦੀ ਮੌਕੇ ਤੇ ਮੌਤ ਹੋ ਗਈ ਸੀ। ਆਪਣੇ 2 ਦੀ ਜਾ ਕੇ ਹਸਪਤਾਲ ਡੈਥ ਹੋ ਗਈ ਹੈ। ਜਿਹੜੀ ਮੌਕੇ ਤੇ ਮੌਤ ਹੋਈ ਆ ਉਹ ਹੈਗੀ ਹੈ ਜੀ ਮੰਗਲ ਸਿੰਘ ਤੇ ਸੁਖਵਿੰਦਰ ਸਿੰਘ ਤੇ ਜਸਵੀਰ ਸਿੰਘ, ਤੇ ਜਿਹੜੀ ਬੱਬਨਦੀਪ ਉਹਦੀ ਜਾ ਕੇ ਉੱਥੇ ਮੌਤ ਹੋ ਗਈ ਆ ਬਟਾਲੇ। ਇਸ ਦੇ ਸੰਬੰਧ ਵਿੱਚ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਸਾਡੀਆਂ ਪੁਲਿਸ ਪਾਰਟੀਆਂ, ਡੌਗ ਸਕਾਡ,
ਫਿੰਗਰਪ੍ਰਿੰਟ CIA SSP ਸਾਹਿਬਾਨ ਸਾਰੇ ਪਹੁੰਚ ਰਹੇ ਆ ਤੇ ਇਹਦੇ ਸੰਬੰਧ ਵਿੱਚ ਸਾਡੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਛੋਟਾ ਬੱਲੜਵਾਲ ਪੈਂਦਾ ਥਾਣਾ ਘਮਾਣ ਦੇ ਵਿੱਚ, ਔਰ ਉੱਥੇ ਸੁਖਜਿੰਦਰ ਸਿੰਘ ਹੈ, ਉਹਦੀ ਲੜਕੀ ਦੇ ਕੋਈ ਰਿਲੇਸ਼ਨ ਸੀ, ਮੁੰਡਾ ਹਰਮਨ ਹੈ ਸਾਨੂੰ ਸੁਖਵਿੰਦਰ ਸਿੰਘ ਜੀ। ਸੋ ਉਹਦੇ ਉਹ ਰਿਲੇਸ਼ਨ ਕਰਕੇ ਇਹ ਸਵੇਰੇ ਜਿਹੜਾ ਸੁਖਜਿੰਦਰ ਸਿੰਘ ਆ ਇਹ ਆਪਣੇ ਲਾਇਸੈਂਸੀ ਪਿਸਟਲ ਦੇ ਨਾਲ ਇਹ ਉੱਥੇ ਉਹਨਾਂ ਦੇ ਬਾਹਰ ਖੇਤਾਂ 'ਚ ਗਿਆ ਤੇ ਮੌਕੇ ਤੇ ਉਹਨੇ ਜਿਹੜਾ ਹੈਗਾ 6 ਬੰਦੇ ਸੀ ਜਿਨ੍ਹਾਂ ਦੇ ਗੋਲੀਆਂ ਮਾਰੀਆਂ, ਜਿਨ੍ਹਾਂ ਚੋਂ ਹੁਣ ਤੱਕ ਪਤਾ ਲੱਗਾ ਸੀ ਪਹਿਲਾਂ 2 ਦੀ ਡੈਥ ਹੋਈ ਆ ਔਰ ਰੀਸੈਂਟਲੀ ਪਤਾ ਲੱਗਾ ਕਿ 2 ਦੀ ਹਸਪੀਟਲ ਡੈਥ ਹੋਈ ਆ। रुक करते हैं साडे सहयोगी इस समय फोन लाइन ते साडे नाल ने इस खबर ते वधेरे जानकारी दे लैके बिशंबर बिट्टू साडे नाल ने गुरदासपुर तो। बिशंबर जानना चाहांगे पूरे मामले च अपडेट की है, पुलिस कित्थे तक पहुंची है, पूरे मामले च क्रैक करने की कोशिश हुई है कि आखिर वजह की है इस पूरे मामले के पीछे? 4 लोगों की मौत होगी, गोलियां चलियां ने जी। गौरव बिल्कुल जी, ये सारे मामले 4 कतल हो चुके हैं और 2 बंदियां की हालत जी गंभीर है जिन्होंने अमृतसर रैफर कर दिया गया। इन्होंने सारे अपडेट है कि पुलिस ने जो पीड़ित परिवार है जिन्होंने धिरां दे 4 बंदे मारे जा चुके हैं उन्होंने बयान वगैरह लैके जो दोषियों के खिलाफ मामला दर्ज कर लिया। जो दोषियों में जो उस वेले मौके वाला दसना कि 2 जने मोटरसाइकिल चल के आए हो, जो बरेसी अंदर की घटना यह है कि जो गोलियां मारने वाला आदमी है उसकी बेटी के नाल मरने वाले के मुंडे के नजायज संबंध से जिसके चलते सारी विवाद वधिया। उसके बाद कुछ जमीनी वाल से जिसके चलते सारी घटना अंजाम दिता गया और ये बड़ी दर्दनाक घटना हुई है और सारे इलाके की इस चीज़ को लैके बड़ी दहशत पाई है कि दिन दपारी सवेरे 7:30 बजे के करीब आके 4 लोगों को मार जाना और 2 लोगों को फट्टर कर जाना और उससे चले जाना। इस करके पुलिस वास्ते एक चुनौती बनया है कि दोषियों को कितना पुलिस कितनी देर तक जल्दी तो जल्दी काबू कर दे ते जो घटना की अंजाम वाले लोगों को छेती छेती के खिलाफ जिन्नी भी कार्रवाई करनी की जा रही है जी। गिरफ्तारी हुई है कोई? जी बिल्कुल गौरव, अज तक गिरफ्तारी की कोई खबर नहीं है, फिलहाल गिरफ्तारी कोई हुई नहीं, लेकिन पुलिस का कहना भी राउंड अप किए जा रहे लोग जो रिश्तेदार वगैरह। कितने लोगों ते पर्चा होया? पर्चा तो हो गया होएगा। हाँ बिल्कुल बिल्कुल जी, फिलहाल 2 बंदे दसे जा रहे जी। बाकी जिन्होंने बंदे जो बंदे 2 ही बंदे आए थे उन्होंने मोटरसाइकिल जिन्हें लोगों ने आके गोलीबारी की, गोलीबारी तो जिन्होंने कतल किए गए हैं जी। गवांडी ने आपस दे विच इक्को पिंड दे ने या किवें ने आपसी रंजिश किवें है जी? गौरव बिल्कुल ये आपसी एक ही पिंड के रहने वाले ने। जो मरने वाला परिवार के चारे जी एक ही परिवार के जो गोलीबारी के मारने वाले बेसिकली जो मरने वाले परिवार का लड़का सी उन्होंने इन्हों की लड़की के संबंध लैके गल दसी जा रही कि जिहदे चलते सारी घटना को अंजाम दिता गया जी। शुक्रिया, धन्यवाद। तुसीं नजर बनाए रखो, अपडेट लेंदे रहांगे। पर्चा दर्ज हो गया इस पूरे मामले में, 4 लोगों की मौत हुई है। खैर पर्चा तो दर्ज होना ही सी, पर दूजे पासे हुण तक गिरफ्तारी कोई नहीं हुई है। SSP बटाला दे नाल असीं गलबात करन दी कोशिश कीती सी, तुहानूं सुणवाया, जिन्हां दे वल्लों जिक्र किया गया कि हाँ ये पूरा मामला नोटिस च आया ते असीं कार्रवाई कर रहे हैं। 4 लोगों की मौत एक पिंड दे विच गोलियां चलण दी वजह दे नाल हो गई। किस तरीके नाल उत्थे ये पूरा घटनाक्रम वापरिया होएगा ते मौजूदा समय च पिंड दा की माहौल होएगा अंदाजा लगाया जा सकदा है। एक पिंड दे विच 2 परिवारां दी आपसी झड़प विचे रौला जमीनी भी दस्सिया जा रहा है कि जमीन का मामला है, तो दूजे पासे मामला यह भी कहा जा रहा है कि ये पूरा मामला जिहड़ा हैगा ये प्रेम संबंधां दा भी हो सकता है। हालांकि पुलिस तफ्तीश कर रही है, परिवारां दे नाल जुड़िया होया मामला ते तफ्तीश तो बाद ही साफ होएगा कि असल वजह है कि क्यों इन्नी वड्डी खूनी वारदात नूं अंजाम दे दिता गया। अगे वधदे हां, खबर पानीपत तो लवांगे। पानीपत दे विच किसानां ते बीजेपी वर्करां दे विचाले धक्का मुक्की हुई है। विधायक महिपाल ढांडा दे भरा दा किसानां दे वल्लों विरोध किया गया है। जिहां एक सड़क का उद्घाटन करन पहुंचे सन विधायक दे भरा ते पहलां विधायक दे पहुंचण दा प्रोग्राम सी, पर नहीं पहुंचे ते दूजे पासे उन्हां दे भरा पहुंच गए ते खेती कानून रद्द होण तक विरोध जारी रहेगा। किसानां दे वल्लों एक बार फिर तो दोहराया गया। उन्होंने जिक्र किया महिपाल ढांडा जिहड़े हैगे ने उन्होंने उत्थे पहुंचना सी, नहीं पहुंचे ते विधायक दे भरा पहुंचे सी, उन्होंने भी विरोध का सामना करना पिया। आज ये कार्यक्रम था बीजेपी के भ्रष्टाचारी दुराचारी लोग यहाँ अनाउंस करने के लिए आए थे। 500 से ज्यादा हमारे किसान शहीद हो चुके, वो फरिश्ते सारी रात हवा में तैरते इन काले कानूनों के
चोर लोग हैं बीजेपी की गतिविधियों पर नजर रखते हैं। उन फरिश्तों ने हमारे को बताया कि अन्याय होने जा रहा है पानीपत में, इसलिए हम सारे के सारे किसान और मजदूर इस अन्याय के विरुद्ध यहाँ पहुंचे हैं और इन लोगों को काले झंडे दिखा के यहाँ से भगाया गया है। विधायक नहीं आया, अपना भाई भेज दिया। मैं पूछना चाहता हूँ, जब सरकारी परियोजना का उद्घाटन एमएलए के भाई करेंगे क्या? कौन सा प्रोटोकॉल है ये धक्काशाही इस देश में हो रही है। ये बीजेपी और जेजेपी की सरकार जो है ये तानाशाही रवैया अपना रही है, सरकारी मशीनरी का दुरुपयोग कर रहे हैं। ये अब फरार हो गए यहाँ से। रुख करते हैं पानीपत तो सुमित भारद्वाज साढ़े सहयोगी साढ़े नाल इस समय फोन लाइन ते हैगे ने। सुमित, बताइए क्या कुछ पूरा मामला है, क्या हुआ वहां पर, और विधायक का भाई वहां पर पहुंचा जिसको लेकर भी इतराज है लोगों को? जी गौरव, आज सुबह की बात है। सुबह जो है पानीपत ग्रामीण से विधायक महिपाल डांडा, मेयर अवनीत कौर और स्थानीय पार्षद को जो है सड़क के शिलान्यास के लिए वहां पर आना था, क्योंकि पूरे प्रदेश में जो है बीजेपी के नेताओं का विरोध चल रहा है और भारतीय किसान यूनियन की कॉल भी है कि जहां भी ये प्रोग्राम करेंगे, सामाजिक प्रोग्राम करेंगे, ये जो है विरोध करेंगे। जिसके चलते महिपाल डांडा विधायक ने जो है अपने भाई को अपनी जगह पर रिबन काटने के लिए, उद्घाटन के लिए भेजा था। जैसे ही किसानों को पता चला कि बीजेपी जो है उद्घाटन करने के लिए वहां आ रही है, तो किसान वहां पर पहुंचे और विधायक के भाई को भी जो है काले झंडे दिखाए और रोष प्रकट किया और नारेबाजी हुई। इस बीच कहीं ना कहीं बीजेपी कार्यकर्ताओं में भी जो है जोश देखने को मिला। उन्होंने भी किसानों के साथ जो है हाथापाई करने की कोशिश की। हालांकि मामला वहीं पर पुलिस द्वारा शांत करवा दिया गया, लेकिन किसानों का ये आरोप था कि जब पत्थर महिपाल विधायक का लगा है तो उनके भाई जो है वो क्यों उनकी जगह पर उद्घाटन करने के लिए आ रहे। कहीं ना कहीं इससे साफ तौर पर यह नजर आता है कि बीजेपी के जो विधायक है कहीं ना कहीं उनके अंदर डर बैठ गया है, इसलिए अब जो है वो किसानों के सामने नहीं आना चाहते और जो है सामाजिक प्रोग्रामों का उद्घाटन करने के लिए खुद नहीं जाकर अपने परिजनों को भेज रहे हैं। जी, उद्घाटन हुआ कि नहीं? सुमित, आवाज आ रही है? जी गौरव। सुमित, बताइए उद्घाटन का जो प्रोग्राम था वो हुआ कि नहीं? जी बिल्कुल, उद्घाटन का प्रोग्राम था। जैसे ही सवेरे किसान वहां पर पहुंचे तो उद्घाटन करने के लिए भी बीजेपी वाले भी वहां पर पहुंचे, मेयर के साथ विधायक के भाई। जैसे ही किसान वहां पर पहुंचे तो मेयर और विधायक के भाई वहां से तुरंत वापसी लौट गए। जो है पत्थर पर मालाएं ऐसी की ऐसी लटकी हुई रह गई। जी तो शुक्रिया, धन्यवाद साडे नाल जुड़न दे लई। इस पूरी गलबात दे लई तां सुमित भारद्वाज साडे सहयोगी पानीपत तो सानू जानकारी दे रहे सन कि उत्थे की कुछ घटनाक्रम वापरिया है। दरअसल किसानां दे विरोध दा सामना बीजेपी दे आगूआं नूं तो करना पै रिहा है, लगातार करना पै रिहा है। खेती कानूनां दे विरोध दे विच किसानां दे वल्लों बीजेपी या बीजेपी दी भाईवाल पार्टियां जिहड़ियां हैगीआं ने उहनां दा विरोध कर रहीआं ने। तां पानीपत दे विच किसानां ते बीजेपी वर्करां दे विचाले धक्का मुक्की हुई है। विधायक महिपाल ढांडा दे भरा उत्थे पहुंचे सी, किसानां दे विरोध दा सामना करना। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਸਿਆਸੀ ਆਗੂਆਂ ਦੇ ਖਿਲਾਫ ਸੰਗਰੂਰ ਦਾ ਪਿੰਡ ਉਤਰਿਆ। ਜੀ ਹਾਂ, ਪਿੰਡ ਦਾ ਨਾਮ ਹੈ ਭੁੱਲਰਹੇੜੀ ਪਿੰਡ ਨੇ ਸਿਆਸੀ ਆਗੂਆਂ ਦੇ ਖਿਲਾਫ ਮਤੇ ਪਾ ਦਿੱਤੇ ਨੇ। ਖੇਤੀ ਕਾਨੂੰਨਾਂ ਨੂੰ ਲੈ ਕੇ ਪਿੰਡ ਵਾਸੀਆਂ ਨੇ ਇਹ ਫੈਸਲਾ ਲਿਆ ਕਿ ਕੋਈ ਵੀ ਵਰਕਰ ਆਪਣੇ ਆਗੂ ਨੂੰ ਪਿੰਡ ਦੇ ਵਿੱਚ ਸੱਦੇਗਾ ਨਹੀਂ। ਸੁੱਖ ਦੁੱਖ ਦੇ ਵਿੱਚ ਸ਼ਾਮਲ ਨਾ ਹੋਣ ਸਿਆਸੀ ਆਗੂ, ਪਿੰਡ ਦੇ ਵਿੱਚ ਆਉਣ ਦੇ ਉੱਤੇ ਸਿਆਸੀ ਆਗੂਆਂ ਦਾ ਵਿਰੋਧ ਕੀਤਾ ਜਾਵੇਗਾ। ਸੰਗਰੂਰ ਦੇ ਭੁੱਲਰਹੇੜੀ ਪਿੰਡ ਦੇ ਵਿੱਚ ਲੋਕਾਂ ਨੇ ਮਤਾ ਪਾਇਆ। ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋ ਕੇ ਲੋਕਾਂ ਨੇ ਮਤਾ ਪਾਇਆ। ਖੇਤੀ ਕਾਨੂੰਨਾਂ ਦਾ ਵਿਰੋਧ ਕਿਸਾਨ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਜਾ ਰਿਹਾ ਹੈ ਤੇ ਸਾਫ਼ ਕਰ ਦਿੱਤਾ ਗਿਆ ਕਿ ਜਦੋਂ ਤੱਕ ਇਹ ਪੂਰਾ ਮਸਲਾ ਹੱਲ ਨਹੀਂ ਹੁੰਦਾ ਉਸ ਵੇਲੇ ਤੱਕ ਅਸੀਂ ਨਹੀਂ ਆਉਣ ਦੇਵਾਂਗੇ। ਮਤਾ ਪਾਇਆ ਗਿਆ, ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਬਕਾਇਦਾ ਲਿਖਤੀ ਤੌਰ ਦੇ ਉੱਤੇ ਮਤਾ ਪਾ ਕੇ ਸਭ ਨੇ ਸਹਿਮਤੀ ਉੱਥੇ ਜਤਾਈ ਹੈ। ਪਿੰਡ ਵਾਸੀ ਇਕੱਠਾ ਹੋਏ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉੱਥੇ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ ਨਾ ਸਿਰਫ ਜਿਹੜੇ ਸਿਆਸੀ ਕੈਂਪੇਨ ਕਰਨ ਪਹੁੰਚਦੇ ਯਾਨੀ ਜਿਹੜੇ ਚੋਣ ਪ੍ਰਚਾਰ ਕਰਨ ਪਹੁੰਚਦੇ ਨੇ ਸਿਰਫ ਉਹੀ ਨਹੀਂ, ਬਲਕਿ ਜੇਕਰ ਕੋਈ ਸੁੱਖ ਦੁੱਖ ਦੇ ਵਿੱਚ ਵੀ ਸ਼ਾਮਲ ਹੋ ਰਿਹਾ ਤਾਂ ਉਸ ਨੂੰ ਵੀ ਉੱਥੇ ਨਹੀਂ ਆਉਣ ਦਿੱਤਾ ਜਾਵੇਗਾ। ਜਿਹੜੇ ਪਿੰਡ ਦੇ ਵਿੱਚ ਵਰਕਰ ਨੇ ਸਿਆਸੀ ਪਾਰਟੀਆਂ ਦੇ ਜਾਂ ਆਗੂ ਨੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਬਾਹਰ ਤੋਂ ਪਿੰਡ ਦੇ ਵਿੱਚ ਕੋਈ ਨਾ ਸੱਦੋ, ਕੋਈ ਵੀ ਪੋਲੀਟੀਕਲ ਪਾਰਟੀ ਦਾ ਸ਼ਖਸ ਹੋਵੇ ਉਸ ਨੂੰ ਨਾ ਸੱਦਿਆ ਜਾਵੇ। ਅੱਜ ਸਾਡੇ ਪਿੰਡ ਦੇ ਵਿੱਚ ਜੋ ਇਕੱਠ ਕੀਤਾ ਗਿਆ ਹੈ ਪਿੰਡ ਭੁੱਲੜੀ ਦੇ ਵਿੱਚ, ਮੈਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਇਕਾਈ ਪ੍ਰਧਾਨ ਸਰਦਾਰ ਜਸਦੇਵ ਸਿੰਘ ਜੀ ਭੁੱਲਰ, ਅੱਜ ਅਸੀਂ ਪਿੰਡ ਦੇ ਵਿੱਚ ਇਕੱਠ ਕਰਕੇ ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ ਤੇ ਭਾਰਤੀ ਕਿਸਾਨ ਯੂਨੀਅਨ ਦੀ ਸਹਿਮਤੀ ਨਾਲ ਅਸੀਂ ਜੋ ਸਿਆਸੀ ਲੀਡਰ ਹਨ ਉਹਨਾਂ ਦਾ ਵਿਸ਼ੇਸ਼ ਤੌਰ ਤੇ ਪਿੰਡ ਦੇ ਵਿੱਚ ਆਉਣ ਤੋਂ ਬਾਈਕਾਟ ਕੀਤਾ ਗਿਆ ਹੈ। ਨਾ ਕੋਈ ਦੁੱਖ ਦੇ ਵਿੱਚ ਨਾ ਸੁੱਖ ਦੇ ਵਿੱਚ ਕੋਈ ਪਿੰਡ ਦੇ ਵਿੱਚ ਸਾਡੇ ਵਿੱਚ ਲੀਡਰ ਨਹੀਂ ਵੜੇਗਾ।